मैं सरबजीत सिंह मक्खन फतेहगढ़ साहब तो मैं किसान हित संघर्ष कमेटी पंजाब का चेयरमैन हाँ। सो असी ने एक जिहड़ा निर्णय लिया जिहड़ी मौजूदा सरकार आ पंजाब दी इहदे खिलाफ, क्योंकि असी 13 तरीक नूं प्रैस कानफ्रेंस कीती सीगी और प्रैस कानफ्रेंस दे विच असी अपील की कि सरकार साडे नाल बैठ के गल करे, क्योंकि जो सरकार पंचायती ਜ਼ਮੀਨਾਂ ਦੇ ਨਾਂ ਦੇ ਉੱਤੇ ਸਾਡੇ आम हकों के उत्ते डाका मार रही है, उस ਜ਼ਮੀਨਾਂ संबंधी असी ने एक प्रैस कानफ्रेंस जिहड़ी है वो 13 मई नूं कीती सी। पर सरकार ने साडे नाल कोई गल नहीं कीती। एक इन्हां ने उत्थे लोक मिलनी जिहड़ा रखी सीगी खुला दरबार, ਉਹਦੇ ਵਿੱਚ भी असी गए सीगे, पर सानूं अंदर नहीं इन्हां ने वड़न दित्ता हैगा। उदण भी असी पूरी कोशिश की। उस तो बाद असी अज तक यही कोशिश करते आ रहे हैं कि सरकार साडे नाल बैठ के गल करे, पर सरकार ਦੇ बार-बार कहण ਦੇ बावजूद भी ਸਾਡੇ ਨਾਲ सरकार कोई गल नहीं कर रही। इस संबंध ਦੇ ਵਿੱਚ ਅਸੀਂ 28 मई ਨੂੰ एक ਚੱਪੜਚਿੜੀ ਵਿਖੇ ਗੁਰਦੁਆਰਾ ਸ੍ਰੀ ਚੱਪੜਚਿੜੀ ਵਿਖੇ ਇੱਕ ਵਿਸ਼ਾਲ किसान महापंचायत ਦਾ ਸੱਦਾ ਦਿੱਤਾ और वो 10 ਵਜੇ ਅਸੀਂ स्टार्ट करांगे। और वो ਜਿਹੜਾ ਸੱਦਾ इस करके ਦਿੱਤਾ क्योंकि बाबा बंदा सिंह बहादुर ने सानू ਇਹ ਜ਼ਮੀਨਾਂ ਦੇ हक ने ਜਿਹੜੇ ਦਵਾਏ ਸੀ और उन्होंने पहली जंग है जी वो ਚੱਪੜਚਿੜੀ तो शुरू की सी। इस करके असी भी ਚੱਪੜਚਿੜੀ तो ये जंग नूं दोबारा शुरू करने लगे हैं। और सारे जिन्ने भी पंजाब दे इन्हां सरकार दे इस फैसले तो पीड़ित ने उन्होंने अपील करते हैं कि आपां 28 तरीक नूं 10 वजे ਚੱਪੜਚਿੜੀ विखे कल्ला कल्ला जिहड़ा पीड़ित किसान है इहदे नाल वो आके अपनी आवाज़ बुलंद करे। इस संबंध दे विच ये असी एक महापंचायत रखी है। ਸਿੰਘ ਸਾਹਿਬ ਜਿਹੜੀ ਤੁਸੀਂ ਇਹ ਗੱਲ ਕਰ ਰਹੇ ਹੋ, ਪੰਜਾਬ ਸਰਕਾਰ ਨਾਲ ਲੜਾਈ ਕਿਸ ਚੀਜ਼ ਦੀ ਹੈ? ਕਿਉਂ ਮਤਲਬ ਸਰਕਾਰ ਕਿਸ ਤਰ੍ਹਾਂ, ਕਿਉਂਕਿ ਉਹ ਤਾਂ ਕਹਿੰਦੇ ਕਿ ਸਾਮਰਾਜ ਜ਼ਮੀਨਾਂ ਅਸੀਂ ਚੜਾ ਰਹੇ ਆ ਜਿਹੜੀਆਂ ਕਈ ਸਾਲਾਂ ਤੋਂ ਦੱਬੀ ਬੈਠੇ ਆ, ਤੁਸੀਂ ਕਿਵੇਂ ਕਹਿੰਦੇ ਸਰਕਾਰ ਮਤਲਬ ਗਲਤ ਕਿਵੇਂ ਕਰ ਰਹੀ ਹੈ ਸੀ? ਦੇਖੋ, ਪਹਿਲੀ ਗੱਲ ਤਾਂ ਸਰਕਾਰ ਨੂੰ ਇਹ ਜ਼ਮੀਨਾਂ ਦੀ ਇਹ ਡੈਫੀਨੇਸ਼ਨ ਹੀ ਨਹੀਂ ਪਤਾ ਹੈਗਾ ਵੀ ਸਰਕਾਰ ਨੂੰ ਇਹੀ ਨਹੀਂ ਪਤਾ ਹੈਗਾ ਵੀ ਜ਼ਮੀਨਾਂ ਕਿੰਨੀ ਕਿਸਮ ਦੀਆਂ ਨੇ और ਕਿਹੜੀ किस्म की ਜ਼ਮੀਨ ਪੰਚਾਇਤੀ है, ਕਿਹੜੀ किस्म की ਜ਼ਮੀਨ ਜਿਹੜੀ ਹੈਗੀ ਆ ਉਹ ਮੁਸ਼ਤਰਕਾ ਮਾਲਕਾਨਾ ਉਹ ਹੱਕਾਂ ਦੀ ਜਿਹੜੀ ਗੱਲ ਹੈਗੀ ਆ ਕਿ ਉਹ ਮਾਲਕਾਂ ਦੀ ਹੈ। 19 ਇਹ ਤਕਰੀਬਨ ਮੇਰਾ ਖਿਆਲ ਹੈ ਅੰਗਰੇਜ਼ ਦੀ ਸਰਕਾਰ ਦੇ ਮੌਕੇ ਇਹ ਜ਼ਮੀਨਾਂ ਦੀ ਸਾਡੀ ਕਟੌਤੀ ਲੱਗੀ ਸੀ और ਉਹ ਕਟੌਤੀ ਜਿਹੜੀ ਲੱਗੀ ਸੀ ਉਹ ਸਾਡੀਆਂ ਮੁਸ਼ਤਰਕਾ ਮਾਲਕਾਨਾ ਜੁਮਲਾ ਮਾਲਕਾਨਾ ਉਹ ਜ਼ਮੀਨਾਂ ਬਣਾਤੀਆਂ ਸੀਗੀਆਂ ਤੇ ਉਹਦੇ ਵਿੱਚ ਇਹਨਾਂ ਨੇ ਜਿਹੜਾ ਕਟੌਤੀ ਕਰਨ ਤੋਂ ਬਾਅਦ 1956 ਦੇ ਵਿੱਚ ਦੁਬਾਰਾ ਮਰੱਬੇਬੰਦੀ ਹੋਈ। ਮਰੱਬੇਬੰਦੀ ਦੇ ਵਿੱਚ ਉਹਨਾਂ ਜ਼ਮੀਨਾਂ ਦੇ ਵਿੱਚੋਂ ਕਟੌਤੀ ਵਾਲੀਆਂ ਜ਼ਮੀਨਾਂ ਦੇ ਵਿੱਚੋਂ ਕਈ ਪਿੰਡਾਂ ਦੇ ਵਿੱਚ ਪੰਚਾਇਤ ਦੀ ਜ਼ਮੀਨ ਵੀ ਛੱਡੀ ਗਈ ਔਰ ਮੜੀਆਂ ਵਾਸਤੇ, ਰਸਤਿਆਂ ਵਾਸਤੇ, ਖਾਲਿਆਂ ਵਾਸਤੇ, ਨਾਲੀਆਂ ਵਾਸਤੇ, ਸਕੂਲਾਂ ਵਾਸਤੇ, ਗੁਰਦੁਆਰਾ ਸਾਹਿਬ ਵਾਸਤੇ, ਮਸਜਿਦ ਵਾਸਤੇ ਉਹ ਜ਼ਮੀਨਾਂ ਰਾਖਵੀਆਂ ਰੱਖੀਆਂ ਗਈਆਂ ਸੀਗੀਆਂ। ਉਹਨਾਂ ਦੇ ਨਾਲ ਕਈ ਪਿੰਡਾਂ ਦੇ ਵਿੱਚ ਪੰਚਾਇਤੀ ਜ਼ਮੀਨ ਵੀ ਛੱਡੀ ਗਈ ਜਿਹੜੀ ਕਿ ਬਕਾਇਦਾ ਹੀ ਪੰਚਾਇਤੀ ਜ਼ਮੀਨ ਆ। ਪਰ ਉਸ ਤੋਂ ਇਲਾਵਾ ਜਿਹੜੀ ਜ਼ਮੀਨ ਮੁਸ਼ਤਰਕਾ ਮਾਲਕਾਨਾ ਜਾਂ ਜੁਮਲਾ ਮਾਲਕਾਨਾ वो जमीन साड़ी अपनी मालकी है, वो असी उहदे मालक हैं। हाँ, ये ठीक है कि पंजाब दे विच 12,600 पिंड है, 12,600 पिंड दे विच पंचायती जमीन नहीं है, पर 500 सवा 500 के लगभग पंचायती जमीन पिंडां च हैगी है। और उन्हां दे विचों 200 पिंडां दे विच जमीन ये वंडी जा चुकी है, पहला मालकां ने कोर्टां दे थ्रू ये वंड ली और तकरीबन 100 सवा 100 के लगभग कोर्टां दे विच हले केस पेंडिंग पे आ। मतलब ਤੁਸੀਂ ਇਹ ਦਾਵਾ ਕਰਦੇ ਹੋ ਕਿ ਜਿਹੜਾ ਤੁਸੀਂ ਲੜਾਈ ਲੜ ਰਹੇ ਹੋ ਇਸ ਦਾ ਮਤਲਬ ਜਸਟਿਸ ਬਿਲਕੁਲ ਸਹੀ ਹੈ ਤੇ ਲੋਕ 200 ਦੇ ਕਰੀਬ ਮਤਲਬ ਉਹ ਮਾਲਕਾਨਾ ਹੱਕ ਪਾ ਚੁੱਕੇ ਨੇ ਜੀ। ਹੁਣ ਮਤਲਬ ਤੁਹਾਡੀ ਲੜਾਈ ਕੋਈ ਇਸ ਤਰ੍ਹਾਂ ਦੀ ਨਹੀਂ ਹੈ, ਗੈਰ ਕਾਨੂੰਨੀ ਹੈ ਹੀ ਨਹੀਂ ਜੀ ਲੜਾਈ। ਸੰਵਿਧਾਨਿਕ ਤੌਰ ਤੇ ਮਤਲਬ ਬਿਲਕੁਲ ਅਸੀਂ ਸੰਵਿਧਾਨਿਕ ਤੌਰ ਤੇ ਹੱਕਦਾਰ ਹਾਂ। ਔਰ ਸਰਕਾਰ ਜਿਹੜੀ ਹੈ ਉਹ ਬਾਰ-ਬਾਰ ਜਥੇਬੰਦੀਆਂ ਦੇ ਕਹਿਣ ਤੇ ਬਾਰ-ਬਾਰ ਜ਼ਿਮੀਂਦਾਰਾਂ ਦੇ ਪਿੱਟਣ ਤੋਂ ਬਾਅਦ ਵੀ ਫਿਰ ਵੀ ਧੱਕਾ ਕਰ ਰਹੀ ਹੈ। ਸੋ ਇਸ ਕਰਕੇ ਇਹ ਜਿਹੜੀ ਹੁਣ ਤਕਰੀਬਨ ਮੇਰਾ ਖਿਆਲ ਆ ਵੀ 100 ਸਵਾ 100 ਪਿੰਡ ਦੇ ਜਿਹੜੇ ਲੋਕਾਂ ਦੇ ਕੋਰਟਾਂ ਦੇ ਵਿੱਚ ਕੇਸ ਪਏ ਨੇ ਔਰ ਤਕਰੀਬਨ ਮੇਰਾ ਖਿਆਲ ਆ ਕਿ ਜਿਹੜੇ ਅਵੇਸਲੇ ਨੇ ਜਿਨ੍ਹਾਂ ਨੇ ਹਜੇ ਤੱਕ ਕੋਈ ਨਿਰਣਾ ਹੀ ਨਹੀਂ ਲਿਆ ਇਸ ਨੂੰ ਵੰਡਣ ਦਾ, ਕਿਉਂਕਿ ਉਹਨਾਂ ਨੂੰ ਪਤਾ ਵੀ ਸਾਡਾ ਹੱਕ ਸੀਗਾ, ਸਾਨੂੰ ਵੰਡਣ ਦੀ ਕੀ ਲੋੜ ਆ, ਵੰਡੀ ਤੌਰ 'ਤੇ ਅਸੀਂ ਬੈਠੇ ਹਾਂ। ਸਿਰਫ ਤੇ ਸਿਰਫ ਉਹਨਾਂ ਨੇ ਆਪਣੇ ਨਾਂ ਦੇ ਉੱਤੇ ਇੰਤਕਾਲ ਨਹੀਂ ਕਰਾਏ ਬਜ਼ੁਰਗਾਂ ਤੋਂ ਬਾਅਦ। ਗਰਦਾਵਰੀਆਂ ਉਵੇਂ ਹੀ 100 ਸਵਾ 100 ਸਾਲ ਦੀਆਂ ਚੱਲਦੀਆਂ ਆ ਰਹੀਆਂ ਨੇ। ਪਰ ਮੈਂ ਇੱਕ ਗੱਲ ਤੋਂ ਹੈਰਾਨ ਮੰਨਦਾ ਵੀ ਕੋਈ ਬੰਦਾ ਕਿਰਾਏ 'ਤੇ ਮਕਾਨ ਲੈ ਲਵੇ ਉਹਨੂੰ ਨਹੀਂ ਕੋਈ ਛੱਡਦਾ ਹੈਗਾ। ਜਿਹੜੇ 100 ਸਵਾ ਸਾਲ ਤੋਂ ਬਾਹਰ ਰਹੇ ਨੇ ਉਹਨਾਂ ਲੋਕਾਂ ਨੂੰ ਸਰਕਾਰ ਬੇਦਖਲ ਕਰ ਰਹੀ ਹੈ। ਇਹਦੇ ਲਈ ਅਸੀਂ ਨੇ ਇੱਕ ਵੱਡਾ ਸਟੈਂਡ ਜਿਹੜਾ ਉਹ ਲਿਆ। ਪੰਚਾਇਤੀ ਜ਼ਮੀਨਾਂ ਦੀ ਕਬਜ਼ਾ ਛਡਾਉਣ ਦੀ ਆੜ ਦੇ ਵਿੱਚ ਮਲਕਾਨਾ ਹੱਕ ਬਿਲਕੁਲ ਜਿਹੜੇ ਪੰਚਾਇਤੀ ਜ਼ਮੀਨਾਂ ਵੈਸੇ ਤਾਂ ਦੇਖੋ ਜੀ ਪੰਚਾਇਤ ਨੇ ਕਦੇ ਜ਼ਮੀਨ ਖਰੀਦੀ ਹੋਈ ਨਹੀਂ। ਤੁਸੀਂ ਤਕਰੀਬਨ ਰੋਜ਼ਾਨਾ
ਇਹਨਾਂ ਡਿਬੇਟਾਂ ਦੇ ਵਿੱਚ ਰਹਿੰਦੇ ਹੋ, ਕਦੇ ਪੰਚਾਇਤ ਨੇ ਪੰਜਾਬ ਦੇ ਵਿੱਚ ਜ਼ਮੀਨ ਹੀ ਨਹੀਂ ਖਰੀਦੀ ਅੱਜ ਤੱਕ। ਇਹ ਤਾਂ ਸਾਡੀਆਂ ਜ਼ਮੀਨਾਂ 'ਚੋਂ ਕੱਟੀ ਹੋਈ ਜ਼ਮੀਨ ਹੈ, ਇਹਦਾ ਸਾਡੀਆਂ ਜ਼ਮੀਨਾਂ ਦੇ ਹੱਕਾਂ ਦੇ ਵਿੱਚੋਂ ਕੱਟਿਆ ਹੋਇਆ ਹੱਕ ਹੈ। ਅਸੀਂ ਆਪਦਾ ਹੱਕ ਜਿਹੜਾ ਹੈ ਉਹ ਠੀਕ ਹੈ, ਜਿਹੜੇ ਜਿੱਥੇ ਅਸੀਂ ਡਿਵੈਲਪਮੈਂਟ ਵਾਸਤੇ ਛੱਡੀ ਹੋ ਅਸੀਂ ਛੱਡ ਕੇ ਰੱਖਾਂਗੇ, ਜਿਹਦੀ ਬੋਲੀ ਹੁੰਦੀ ਆ ਹੋਵੇ, ਕੋਈ ਸਾਨੂੰ ਪ੍ਰੋਬਲਮ ਨਹੀਂ ਹੈਗੀ। ਪਰ ਜਿਹੜੀਆਂ ਜ਼ਮੀਨਾਂ ਵੰਡੀਆਂ ਜਾਣਯੋਗ ਨੇ ਉਹਨਾਂ ਦੇ ਉੱਤੇ ਸਰਕਾਰ ਕਿਉਂ ਕਬਜ਼ਾ ਕਰ ਰਹੀ ਹੈ? ਇੱਕ ਸਰ ਜਿਹੜੇ 28 ਨੂੰ ਕਿਸਾਨ ਮਹਾਪੰਚਾਇਤ ਬੁਲਾ ਰਹੇ ਹੋ ਉੱਥੇ ਜੀ ਆਪਣੇ ਚੱਪੜਚਿੜੀ, ਉੱਥੇ ਕਿੰਨੀ ਗੈਦਰਿੰਗ ਆਉਣ ਦੀ ਉਮੀਦ ਕਰਦੇ ਹੋ ਤੇ ਕੀ ਮਤਲਬ ਉਹਦੇ ਲਈ ਕੀ ਕੁਝ ਹੋਏਗਾ, ਉਹਦੇ ਚ ਮੇਨ ਮੋਟਿਵ ਕੀ ਹੋਏਗਾ? ਜਿਹੜੇ ਉਹਦੇ 'ਚ ਇਹ ਹੈ ਜੀ, ਦੇਖੋ ਗੱਲ ਇਹ ਇੱਕ ਜ਼ਮੀਨ ਜਿਹੜੀ ਹੈਗੀ ਆ ਨਾ, ਇਹ ਕਈ ਪ੍ਰਕਾਰ ਦੀ ਹੈ। ਕਿਤੇ ਮੁਸ਼ਤਰਕਾ ਮਾਲਕਾਨਾ ਹੈ, ਕਿਤੇ ਜੁਬਲਾ ਮਾਲਕਾਨਾ ਹੈ, ਕਿਤੇ ਮਤਲਬ ਇਹ ਜ਼ਮੀਨ ਦੇਸ਼ ਸ਼ਾਮ ਲਾਟ ਦੇ ਥੱਲੇ ਵੀ ਚਲੀ ਗਈ ਸੀਗੀ। ਪਰ 1945 ਤੋਂ ਪਹਿਲਾਂ ਇਹ ਜਿਹੜੀ ਹੈਗੀ ਸਾਰੀ ਮੁਸ਼ਤਰਕਾ ਮਾਲਕਾਨਾ ਜ਼ਮੀਨ ਹੈ। ਹੁਣ ਕਈ ਪਿੰਡਾਂ ਨੇ ਆਪਣਾ ਪੁਰਾਣਾ ਰਿਕਾਰਡ ਹੀ ਨਹੀਂ ਕਢਾਇਆ ਹੈ। ਉਸ ਸੰਬੰਧ ਦੇ ਵਿੱਚ ਅਸੀਂ ਕੱਲੇ ਪੂਰੇ ਪੰਜਾਬ ਨੂੰ ਇਸ ਗੱਲ, ਤਾਂ ਹੀ ਤਾਂ ਅਸੀਂ ਪੰਜਾਬ ਦੇ ਵਿੱਚ ਸਾਰੇ 'ਚ ਹੁੱਕਾ ਦੇ ਵੀ ਆਪਣਾ ਹੱਕ ਆ ਕੇ ਦੱਸੋ। ਸਾਡੇ ਉੱਥੇ ਲੀਗਲ ਐਡਵਾਈਜ਼ਰ ਵੀ ਬੈਠਣਗੇ, ਉਹ ਸਾਰਿਆਂ ਨੂੰ ਬਕਾਇਦਾ ਨੋਟ ਕਰਨਗੇ ਵੀ ਇਹਨਾਂ ਦੇ ਪਿੰਡ 'ਚ ਕੀ ਹੋ ਸਕਦਾ, ਇਹਨਾਂ ਦੇ ਪਿੰਡ 'ਚ ਕੀ ਹੋ ਸਕਦਾ। ਸੋ ਇਸ ਕਰਕੇ ਅਸੀਂ ਇਹ ਮਹਾ ਪੰਚਾਇਤ ਜਿਹੜੀ ਹੈ ਸੱਦ ਰਹੇ ਹਾਂ। ਤੇ ਉਹਦੇ 'ਚ ਜਿਹੜੇ ਵੀ ਕਿਸਾਨ ਮੰਨ ਲਓ ਪਾਰਟਿਸਿਪੇਟ ਕਰਦੇ ਕੱਲ੍ਹ ਨੂੰ, ਜਾਂ ਕੋਈ ਉਹਨਾਂ ਨੂੰ ਸਲਾਹ ਦਿੱਤੀ ਜਾਂਦੀ ਤੁਹਾਡੇ ਵੱਲੋਂ, ਕੋਈ ਉਹਦੀ ਫੀਸ ਵਗੈਰਾ ਵੀ ਤੁਹਾਡੇ ਐਡਵੋਕੇਟ ਵੱਲੋਂ ਲਿੱਤੀ ਜਾਏਗੀ ਜਾਂ ਕੋਈ ਚੀਜ਼ ਰੱਖਿਆ ਹੋਇਆ ਕੋਈ ਇਸ ਤਰ੍ਹਾਂ ਦਾ? ਦੇਖੋ, ਇੱਕ ਨਾਰਮਲ ਫੀਸ ਜਿਹੜੀ ਪੇਪਰਾਂ ਦੀ ਫੀਸ ਹੈ ਉਹ ਅਸੀਂ ਇਹੀ ਸੁਜੈਸਟ ਕੀਤਾ ਹੈ ਵੀ ਜਿਹੜੀ ਜਿੰਨੇ ਕੁ ਪੇਪਰ ਲੱਗਣਗੇ ਉਹ ਫੀਸ, ਉਹ ਨਾਰਮਲ ਫੀਸ ਜਿਹੜੇ ਉਹ ਵਕੀਲ ਲੈਣਗੇ। ਤੇ ਕੱਲ੍ਹ ਨੂੰ ਕੋਈ ਕਾਨੂੰਨੀ ਲੜਾਈ ਲੜਨੀ ਪੈ ਗਈ, ਉਹ ਬਕਾਇਦਾ ਇਕੱਠੇ ਹੋ ਕੇ ਲੜਾਂਗੇ। ਉਹ ਇੱਕ ਮੰਚ ਪੂਰਾ ਪੰਜਾਬ ਇੱਕ ਮੰਚ ਤੇ ਇਕੱਠਾ ਹੋ ਕੇ ਲੜੇਗਾ। ਤੇ ਸਰ ਪੰਜਾਬ 'ਚ ਹੋਰ ਵੀ ਕਿਸਾਨ ਜਥੇਬੰਦੀਆਂ ਨੇ, ਤੁਸੀਂ ਕੀ ਦੇਖਦੇ ਹੋ ਕਿ ਕਿਉਂ ਇਸ ਚੀਜ਼ ਨੂੰ ਮਤਲਬ ਅਣਗੌਲਾ ਕੀਤਾ ਜਾ ਰਿਹਾ? ਉਹਨਾਂ ਵੱਲੋਂ ਕੋਈ ਮਤਲਬ ਕਿ ਸਪੋਰਟ ਨਹੀਂ ਕੀਤੀ ਜਾ ਰਹੀ ਹੈ? ਨਹੀਂ, ਇਹ ਪਹਿਲਾਂ ਕੋਈ ਸਪੋਰਟ ਨਹੀਂ ਸੀ ਕਰਦਾ, ਪਰ 13 ਮਈ ਨੂੰ ਜਦ ਤੋਂ ਅਸੀਂ ਪ੍ਰੈਸ ਕਾਨਫਰੰਸ ਕੀਤੀ ਹੈ ਉਸ ਤੋਂ ਬਾਅਦ ਤਕਰੀਬਨ ਸਮੁੱਚੀਆਂ ਜਥੇਬੰਦੀਆਂ ਨੇ ਇਹਦੇ ਖਿਲਾਫ, ਜਿਹੜਾ ਸਰਕਾਰ ਦੇ ਖਿਲਾਫ ਬੋਲ ਰਹੀਆਂ ਨੇ। ਪਰ ਇੱਕ ਗੱਲ ਇਹ ਵੀ ਹੈਗੀ ਹੈ ਕਿ ਇਹ ਸਾਰੇ ਸਾਡੇ ਪੰਜਾਬੀਆਂ ਦਾ, ਕਿਉਂਕਿ ਅਸੀਂ ਆਪਣੀਆਂ ਫਸਲਾਂ ਦੀ ਖਾਤਰ ਸਵਾ ਸਾਲ ਆ ਜਿਹੜਾ ਉਹ ਦਿੱਲੀ ਲਾਤਾ। ਇਹ ਤਾਂ ਸਾਡੀ ਹੋਂਦ ਦੀ ਗੱਲ ਹੈ। ਜਦੋਂ ਸਾਡੇ ਕੋਲ ਜ਼ਮੀਨਾਂ ਨਹੀਂ ਰਹਿਣੀਆਂ, ਫਸਲਾਂ ਦੀ ਲੜਾਈ ਅਸੀਂ ਕਾਹਦੀ ਲੜਾਂਗੇ? ਇਸ ਕਰਕੇ ਜੇ ਸਾਲ 2 ਸਾਲ 4 ਸਾਲ ਜਿੰਨਾ ਵੀ ਸੰਘਰਸ਼ ਕਰਨਾ ਪਵੇ ਅਸੀਂ ਕਰਾਂਗੇ, ਪਰ ਇਸ ਤੋਂ ਅਸੀਂ ਪਿੱਛੇ ਨਹੀਂ ਹਟਾਂਗੇ। ਸਰ ਇਹਦੇ ਵਿੱਚ ਸੰਯੁਕਤ ਕਿਸਾਨ ਮੋਰਚੇ ਦਾ ਵੀ ਕੋਈ ਸਮਰਥਨ ਹੈ ਤੁਹਾਨੂੰ? ਬਿਲਕੁਲ ਜੀ, ਅਸੀਂ ਤਾਂ ਸਾਰਿਆਂ ਨੂੰ ਅਪੀਲ ਕਰਾਂਗੇ ਜੀ ਦੁਬਾਰਾ ਵੀ 28 ਤਰੀਕ ਨੂੰ ਇੱਕ ਮੰਚ ਤੇ ਇਕੱਠੇ ਹੋ ਕੇ ਆਪਾਂ ਆਪਣੇ ਜਿੰਨੇ ਵੀ ਕਿਸਾਨ ਭਰਾ ਨੇ ਉਹਨਾਂ ਦੀ ਲਈ ਆਵਾਜ਼ ਬੁਲੰਦ ਕਰੀਏ, ਤਾਂ ਜੋ ਸਰਕਾਰ ਨੂੰ ਪਤਾ ਲੱਗ ਸਕੇ ਕਿ ਜਥੇਬੰਦੀਆਂ ਦੁਬਾਰਾ ਇਕੱਠੀਆਂ ਹੋ ਕੇ ਆਪਣੇ ਹੱਕਾਂ ਦੀ ਲੜਾਈ ਲੜਨ ਵਾਸਤੇ ਦੁਬਾਰਾ ਚੰਡੀਗੜ੍ਹ ਆ। ਪ੍ਰੋਟੈਸਟ ਹੋਇਆ ਸੀਗਾ, ਉਹਦੇ ਵਿੱਚ ਵੀ ਇਹ ਜਿਹੜੀ ਕੰਪਰੋਮਾਈਜ਼ ਹੋਇਆ ਹੈਗਾ ਕਿਸਾਨਾਂ ਦੇ ਨਾਲ, ਉਹਦੇ ਵਿੱਚ ਇਹ ਗੱਲ ਨਹੀਂ ਉੱਠੀ? ਨਹੀਂ, ਉਹਦੇ ਵਿੱਚ ਤਾਂ ਇਹਨਾਂ ਨੇ ਬਹੁਤ ਸਾਰਿਆਂ ਨਾਲੋਂ ਮੇਰਾ ਖਿਆਲ ਹੈ ਵੀ ਇਹ ਜਿਹੜਾ ਪੁਆਇੰਟ ਹੈ ਸਾਰਿਆਂ ਨਾਲੋਂ ਪਿੱਛੇ ਰੱਖਿਆ ਹੋਇਆ ਸੀਗਾ। ਉਹਦੇ ਵਿੱਚ ਤਾਂ ਕਿਸਾਨ ਜਥੇਬੰਦੀਆਂ ਨੇ, ਦੇਖੋ ਗੱਲ ਇਹ ਆ ਕਹੀ, ਉਹਨਾਂ ਨੇ, ਸਰਕਾਰ ਨੇ ਕਹਿਤਾ ਵੀ 20 ਜੂਨ ਤੋਂ ਝੋਨਾ ਚਾਲੂ ਕਰਿਓ, ਜਥੇਬੰਦੀਆਂ ਕਹਿਣ ਲੱਗੀਆਂ 10 ਜੂਨ ਤੋਂ ਕਰਨਾ ਹੈ, ਤੇ ਉਹਨਾਂ ਨੇ ਕਹਤਾ ਜੀ 14 ਜੂਨ ਤੇ। ਹੁਣ 4 ਦਿਨ ਨਾਲ ਕੋਈ ਝੋਨਾ ਗੇਤਾ ਨਹੀਂ, ਹੁਣ ਲੱਗਿਆ 6 ਦਿਨ ਨਾਲ ਕੋਈ ਪਛੇਤਾ ਨਹੀਂ। ਇਹ ਤਾਂ ਕੋਈ ਜ਼ਿਆਦਾ, ਇਹ ਤਾਂ ਅੱਜ ਦਾ ਸੀਰੀਅਸ ਜਿਹੜਾ ਮਸਲਾ ਹੈ ਉਹ ਤਾਂ ਅਸਲ ਆ। ਫਿਰ ਇਹ ਉੱਥੇ ਨਹੀਂ ਚੱਕਿਆ ਗਿਆ ਸੀ? ਇਹ ਉੱਥੇ ਨਹੀਂ ਚੱਕਿਆ ਗਿਆ। ਤੇ ਫਿਰ ਤੁਸੀਂ ਸੰਯੁਕਤ ਕਿਸਾਨ ਮੋਰਚੇ ਤੋਂ ਕੀ ਉਮੀਦ ਰੱਖਦੇ ਹੋ? ਨਹੀਂ, ਉਹਨਾਂ ਨੇ ਗੱਲ ਕੀਤੀ ਆ ਨਾ, ਉਹਨਾਂ ਨੇ ਬਾਅਦ 'ਚ ਫਿਰ ਦੁਬਾਰਾ ਇੱਕ ਵਾਰੀ ਗੱਲ ਕੀਤੀ ਹੈ, ਡੱਲੇਵਾਲ ਸਾਹਿਬ ਨੇ ਗੱਲ ਕੀਤੀ ਹੈ, ਤੇ ਉਹਨਾਂ ਨੇ ਗੱਲ ਕੀਤੀ ਹੈ, ਮੁੱਖ ਮੰਤਰੀ ਸਾਹਿਬ ਨਾਲ ਵੀ ਗੱਲ ਕੀਤੀ ਹੈ। ਅਸੀਂ ਵੀ ਇਹੀ ਚਾਹੁੰਦੇ ਹਾਂ ਵੀ ਜਿਹੜੀ ਕਮੇਟੀ ਬਣੇ ਉਹਦੇ 'ਚ ਕਿਸਾਨ ਹਿੱਤ ਸੰਘਰਸ਼ ਕਮੇਟੀ ਦੇ ਮੈਂਬਰ ਵੀ, ਸਾਡੇ ਲੀਗਲ ਐਡਵਾਈਜ਼ਰ ਵੀ ਉਹਦੇ ਵਿੱਚ ਸ਼ਾਮਲ ਹੋਣੇ ਚਾਹੀਦੇ ਆ। ਇੱਕ ਸਵਾਲ ਹੋਰ ਹੈ ਕਿ ਜਿਹੜੀ ਮਤਲਬ ਸਪੋਜ਼ ਕਰੋ ਕਿਸੇ ਦੇ ਕੋਲ ਜ਼ਮੀਨ ਹੈਗੀ ਹੈ, ਚਾਹੇ ਜਿੱਦਾਂ ਆਪਾਂ ਸਰਕਾਰ ਕਹਿ ਰਹੀ ਹੈ ਪੰਚਾਇਤੀ ਜ਼ਮੀਨ ਹੈ, ਪਰ ਜਿੰਨਾ ਕਿਸਾਨ ਯੂਜ਼ ਕਰ ਰਿਹਾ ਉਸ ਲੈਂਡ ਨੂੰ, ਤੇ ਬਾਕੀ ਉਹ ਜਿੱਦਾਂ ਮੰਨ ਲਓ ਕਿਸੇ ਕੋਲ 10 ਕਿੱਲੇ ਸੀਗੇ, ਉਹਦੇ 'ਚ ਮਤਲਬ 8 ਕਿੱਲੇ ਕਰ ਰਿਹਾ, 2 ਕਿੱਲੇ ਉਹਨੇ ਕੁਝ ਵੀ ਨਹੀਂ ਕੀਤਾ, ਪਿੱਛੇ 10 ਸਾਲ ਤੋਂ 20 ਸਾਲ ਤੋਂ ਕੁਝ ਨਹੀਂ ਕੀਤਾ ਜੀ। ਤੁਸੀਂ ਕੀ ਚਾਹੁੰਦੇ ਹੋ, 10 ਦੇ 10 ਹੋਣੇ ਚਾਹੀਦੇ ਹੈ ਜਾਂ ਜਿੰਨਾ ਯੂਜ਼ ਕਰ ਰਿਹਾ ਉਹਦੇ ਮੁਤਾਬਿਕ ਉਹਨੂੰ ਫੈਸਲਾ ਮਿਲਣਾ ਚਾਹੀਦਾ? ਦੇਖੋ ਗੱਲ ਇਹ ਹੈ ਵੀ ਹੁਣ ਮਾਲਕੀ ਸਾਡੀ ਜਿਹੜੀ ਆਮ ਮਾਲਕੀ ਹੈ, ਉਸੇ ਤਰ੍ਹਾਂ ਹੀ ਸਾਡੀ ਇਹ ਵੀ ਮਾਲਕੀ ਹੈ, ਪਰ ਕਈ ਜਗ੍ਹਾ ਅਸੀਂ ਨੇ ਨਾ ਕਰਵਾ ਲਈ। ਹੁਣ ਇਹੀ ਮੈਂ ਤੁਹਾਨੂੰ ਉਦਾਹਰਨ ਇਹੀ ਦਿੰਦਾ, ਤੁਹਾਡੀ ਬਹੁਤ ਵਧੀਆ ਸਵਾਲ ਹੈ, ਮੈਂ ਉਦਾਹਰਨ ਦਿੰਦਾ। ਸਾਡੇ ਇੱਕ ਛਲੇੜੀ ਪਿੰਡ ਹੈ ਫਤਿਹਗੜ੍ਹ ਸਾਹਿਬ ਦੇ ਵਿੱਚ, ਉੱਥੇ 418 ਏਕੜ ਜ਼ਮੀਨ ਹੈ। 418 ਏਕੜ ਦੇ ਵਿੱਚੋਂ 10 ਏਕੜ ਇੱਕ ਪਰਿਵਾਰ ਨੇ ਅੱਜ ਤੋਂ ਕਾਫੀ ਦੇਰ ਪਹਿਲਾਂ ਵੰਡ ਲਈ। ਉਹਨਾਂ ਨੇ ਵੀ ਤਾਂ ਕਾਨੂੰਨ ਦੇ ਤਹਿਤ ਵੰਡੀ ਹੈ ਨਾ, ਉਹਨਾਂ ਦੇ ਨਾਂ ਦੇ ਉੱਤੇ ਇੰਤਕਾਲ ਹੈ। ਸੋ ਉਹੀ ਸੇਮ ਚੀਜ਼ ਇਹ ਬਾਕੀ ਦੀ ਵੀ 418 ਏਕੜ ਜ਼ਮੀਨ ਹੈ। ਉਹਨਾਂ ਨੇ ਸਿਰਫ ਇੰਨਾ ਕਿਹਾ ਵੀ ਉਹਨਾਂ ਨੇ ਕੋਰਟ 'ਚ ਕੇਸ ਪਾ ਕੇ ਕੋਈ ਚਾਰਾਜੋਈ ਨਹੀਂ ਕੀਤੀ ਹੈਗੀ, ਤੇ ਉਹਨਾਂ ਨੂੰ ਆਇਆ ਵੀ ਅਸੀਂ ਤਾਂ ਮਾਲਕ ਹਾਂ ਤੇ ਅਸੀਂ ਮਾਲਕ ਹੀ ਰਹਿਣਾ, ਸਾਨੂੰ ਕਿਹੜਾ ਕੋਈ ਹਿਲਾ ਸਕਦਾ। ਨਾਲੇ ਅੱਜ ਤੱਕ 70 ਸਾਲ ਹੋ ਗਏ, 74 ਸਾਲ ਹੋ ਗਏ ਦੇਸ਼ ਆਜ਼ਾਦ ਨੂੰ, ਅੱਜ ਤੱਕ ਤਾਂ ਸਾਨੂੰ ਕਿਸੇ ਨੇ ਕੁਝ ਕਿਹਾ ਨਹੀਂ ਹੈ। ਇੱਕ ਸਾਡੇ ਚੈਨਲ ਰਾਹੀਂ ਕੀ ਅਪੀਲ ਕਰਨਾ ਚਾਹੋਗੇ 28 ਨੂੰ ਜਿਹੜੀ ਕਿਸਾਨ ਮਹਾਪੰਚਾਇਤ? ਹਾਂ, ਅਸੀਂ ਇੱਕੋ ਹੀ ਗੱਲ ਅਪੀਲ ਕਰਨੀ ਚਾਹੁੰਦੇ ਹਾਂ ਵੀ ਪੂਰੇ ਪੰਜਾਬ ਦੇ ਕਿਸਾਨਾਂ ਨੂੰ ਇਹ ਗੱਲ ਦੀ ਅਪੀਲ ਕਰਨੀ ਚਾਹੁੰਦੇ ਹਾਂ ਕਿ ਕਿਤੇ ਇਹ ਨਾ ਹੋਵੇ ਕਿ ਇਹ ਜ਼ਮੀਨਾਂ ਇਕੱਠੀਆਂ ਕਰਕੇ ਕੋਈ ਲੈਂਡ ਬੈਂਕ ਬਣਾ ਕੇ ਕਿਤੇ ਕੋਆਪਰੇਟਿਵ ਜਿਹੜੇ ਵੱਡੇ ਘਰਾਣੇ ਨੇ
ਉਹਨਾਂ ਨੂੰ ਇਹ ਜ਼ਮੀਨਾਂ ਨੇ ਜਿਹੜੀਆਂ ਉਹ ਲੀਜ਼ ਤੇ 1 ਰੁਪਏ ਲੀਜ਼ ਤੇ ਸਾਡੇ ਫਤਿਹਗੜ੍ਹ ਸਾਹਿਬ ਦੇ ਵਿੱਚ ਹੋਇਆ ਹੈ ਕਿ 130 ਏਕੜ ਜ਼ਮੀਨ ਜਿਹੜੀ ਹੈਗੀ ਹੈ ਜਿਹਦੀ ਕੀਮਤ 1.5 ਕਰੋੜ ਰੁਪਏ ਪਰ ਏਕੜ ਦੇ ਹਿਸਾਬ ਨਾਲ ਸੀ। ਸਰਕਾਰ ਨੇ ਉਸ ਪਿੰਡ ਦੀ ਪਹਿਲਾਂ ਜ਼ਮੀਨ ਜਿਹੜੀ ਸੀਗੀ ਉਹ 45 ਲੱਖ ਰੁਪਇਆ ਸਰਕਲ ਰੇਟ ਸੀਗਾ ਉਹਦਾ, ਜਿਹੜਾ ਡੀਸੀ ਰੇਟ ਹੁੰਦਾ ਹੈ, ਔਰ ਉਹਨੂੰ 1 ਸਾਲ ਪਹਿਲਾਂ ਘਟਾਤਾ, ਉਹਨੂੰ 13 ਲੱਖ ਕਰਤਾ। ਮੁੜ ਕੇ 13 ਤੇ 39 ਲੱਖ ਨੂੰ ਮਿਲੀ ਭੁਗਤ ਕਰਕੇ ਉਹ ਅਕਵਾਇਰ ਕਰ ਲਈ ਲਘੂ ਉਦਯੋਗ ਦੇ ਨਾਂ ਤੇ। ਹੁਣ ਲਘੂ ਉਦਯੋਗ ਦੇ ਨਾਂ ਤੇ ਉਹਦੀ ਮਾਲਕੀ ਬਣ ਗਈ। ਪੰਚਾਇਤ ਨੂੰ ਕਿੰਨਾ ਮਿਲਿਆ? 51 ਕਰੋੜ ਰੁਪਈਆ। ਤੇ ਹੁਣ ਜਦੋਂ ਲਘੂ ਉਦਯੋਗ ਨੇ ਅੱਗੇ ਵੇਚਣੀ ਹੈ ਤਾਂ ਉਹ 2 ਕਰੋੜ ਨੂੰ ਵੇਚੂਗੀ। ਸੋ ਇਸ ਕਰਕੇ ਪਿੰਡ ਦਾ ਕਿੱਡਾ ਬੜਾ ਨੁਕਸਾਨ ਹੋਇਆ ਔਰ ਉਹਨਾਂ ਜੋਲਾ ਮਾਲਕਾਨਾਂ ਦਾ, ਮੁਸ਼ਤਰਕਾ ਮਾਲਕਾਨਾਂ ਦਾ ਕਿੱਡਾ ਬੜਾ ਨੁਕਸਾਨ ਹੋਇਆ। ਸੋ ਇਸ ਕਰਕੇ ਸਾਨੂੰ ਖਦਸ਼ਾ ਹੈ ਵੀ ਕਿਤੇ ਆਉਣ ਵਾਲੇ ਟਾਈਮ ਦੇ ਵਿੱਚ ਇਹ ਸਾਡੀ ਜ਼ਮੀਨ ਜਿਹੜੀ ਹੈਗੀ ਹੈ ਇਹ ਵੱਡੀਆਂ ਕੰਪਨੀਆਂ ਨੂੰ ਲੀਜ਼ ਤੇ ਨਾ ਦਿੱਤੀ ਜਾਵੇ। ਤੇ ਅਪੀਲ ਕੀ ਹੈ? ਅਪੀਲ ਸਾਡੀ ਇਹੀ ਹੈ ਵੀ 28 ਤਰੀਕ ਨੂੰ ਅਸੀਂ ਜਿਹੜਾ ਹੈਗਾ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਗੁਰਦੁਆਰਾ ਸਾਹਿਬ ਚੱਪੜਚਿੜੀ, ਹਾਂਜੀ, ਟਾਈਮ 10 ਵਜੇ ਅਸੀਂ ਆਪਣੀ ਜਿਹੜੀ ਮੀਟਿੰਗ ਆ ਉਹ ਸਟਾਰਟ ਕਰਾਂਗੇ। ਤੇ ਸਮੁੱਚੇ ਪੰਜਾਬੀਆਂ ਨੂੰ ਅਪੀਲ ਹੈ, ਸਮੁੱਚੇ ਕਿਸਾਨਾਂ ਨੂੰ ਅਪੀਲ ਹੈ ਕਿ ਤੁਸੀਂ ਉਸ ਦਿਨ ਆਪਣੇ ਸਾਰੇ ਧੰਦੇ ਛੱਡ ਕੇ ਉਸ ਮਹਾਂ ਪੰਚਾਇਤ ਦੇ ਵਿੱਚ ਸ਼ਾਮਲ ਹੋਣ ਦੀ ਖੇਚਲ ਕਰਿਓ। ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ